ਜਿਵੇਂ ਤੁਸੀਂ ਜਾਣਦੇ ਹੋ ਆਪਾਂ ਇਹ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਗੁਰਬਾਣੀ ਵਿਚਾਰ, ਜਿਸ ਵਿੱਚ ਆਪਾਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਦੀ ਜੋ 2021 ਦੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਮਨਾਈ ਜਾਣੀ ਹੈ, ਉਸ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਪਸ ਵਿੱਚ ਕਰਦੇ ਆ ਰਹੇ ਹਾਂ। ਪਿਛਲੇ ਹਿੱਸੇ ਵਿੱਚ ਆਪ ਜੀ 26 ਨੰਬਰ ਸ਼ਬਦ ਤੱਕ ਵਿਚਾਰ ਸਰਵਣ ਕਰਕੇ ਆਏ ਹੋ। ਇਸ ਹਿੱਸੇ ਵਿੱਚ ਆਪਾਂ 27 ਨੰਬਰ ਸ਼ਬਦ ਤੋਂ ਵਿਚਾਰ ਨੂੰ ਆਰੰਭ ਕਰਨਾ ਹੈ। ਸੋ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਜਸਵਿੰਦਰ ਸਿੰਘ ਬਟਰੁੱਖਾਂ ਤੇ ਮੈਂ ਜਸਵਿੰਦਰ ਸਿੰਘ। ਆਓ ਫਤਿਹ ਦੀ ਸਾਂਝ ਆਪਸ ਵਿੱਚ ਪਾ ਕੇ ਆਪਾਂ ਵਿਚਾਰ ਆਰੰਭ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 27 ਨੰਬਰ ਸ਼ਬਦ ਧਨਾਸਰੀ ਰਾਗ ਦਾ ਪਹਿਲਾ ਸ਼ਬਦ ਹੈ ਗੁਰੂ ਤੇਗ ਬਹਾਦਰ ਜੀ ਦਾ। ਸ਼ੁਰੂ ਹੁੰਦਾ ਹੈ ਧਨਾਸਰੀ ਮਹਲਾ ਨਾਵਾਂ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਰਹਾਓ। ਪੋਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਇਹ ਹੈ 27 ਨੰਬਰ ਸ਼ਬਦ ਗੁਰੂ ਤੇਗ ਬਹਾਦਰ ਜੀ ਦਾ ਧਨਾਸਰੀ ਰਾਗ ਦਾ ਪਹਿਲਾ ਸ਼ਬਦ। ਆਪਾਂ ਇਸ ਸ਼ਬਦ ਦੇ ਪਹਿਲਾਂ ਵਿਸ਼ਰਾਮ ਅਤੇ ਉਚਾਰਨਾਂ ਸੰਬੰਧੀ ਗੱਲ ਕਰ ਲੈਂਦੇ ਹਾਂ। ਸ਼ਬਦ ਦਾ ਪਾਠ ਇਉਂ ਹੋਵੇਗਾ ਜੀ। ਕਾਹੇ ਰੇ ਬਨ ਖੋਜਨ ਜਾਈ। ਰੇ ਸ਼ਬਦ ਸੰਬੋਧਨੀ ਹੈ, ਇਸ ਲਈ ਰੇ ਦੇ ਉੱਪਰ ਵਿਸ਼ਰਾਮ ਆਵੇਗਾ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਅਲੇਪਾ ਪੜਾਂਗੇ, ਇਹਨੂੰ ਆਪਾਂ ਬਿੰਦੀ ਨਹੀਂ ਲਾਵਾਂਗੇ ਤੇ ਇੱਥੇ ਵਿਸ਼ਰਾਮ ਲਾਵਾਂਗੇ। ਤੋਹੀ ਸੰਗ ਸਮਾਈ, ਪੋਹ ਪਮਦ ਜਿਉ ਬਾਸ ਬਸਤ ਹੈ। ਪੋਹ ਪਮਦ ਜਿਉ ਬਾਸ ਬਸਤ ਹੈ, ਇੱਥੇ ਵਿਸ਼ਰਾਮ ਦੇਵਾਂਗੇ ਆਪਾਂ। ਮੋਕਰ ਮਾਹੀ ਜੈਸੇ ਛਾਈ। ਮੋਕਰ ਮਮੇ ਨੂੰ ਔਂਕੜ ਲੱਗਿਆ ਹੋਇਆ ਹੈ, ਇਸ ਦਾ ਆਪਾਂ ਉਚਾਰਨ ਕਰਾਂਗੇ। ਮੋਕਰ ਮਾਹੀ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਇੱਥੇ ਵਿਸ਼ਰਾਮ ਦੇਵਾਂਗੇ। ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇੱਥੇ ਵਿਸ਼ਰਾਮ ਦੇਵਾਂਗੇ। ਇਹ ਗੁਰ ਗਿਆਨ ਬਤਾਈ। ਇਹੋ ਗੁਰ ਗਿਆਨ ਨਹੀਂ ਪੜਾਂਗੇ ਆਪਾਂ, ਇਹ ਗੁਰ ਗਿਆਨ ਬਤਾਈ। ਇਹ ਦੇ ਹਾਹੇ ਨੂੰ ਔਂਕੜ ਇੱਕ ਵਚਨ ਪੁਲਿੰਗ ਹੋਣ ਦਾ ਸੂਚਕ ਹੈ, ਇਸ ਲਈ ਆਪਾਂ ਇਸ ਦਾ ਉਚਾਰਨ ਨਹੀਂ ਕਰਾਂਗੇ। ਇਹ ਗੁਰ ਗਿਆਨ ਬਤਾਈ, ਜਿਵੇਂ ਗਿਆਨ ਦੇ ਨੰਨੇ ਨੂੰ ਔਂਕੜ ਲੱਗਿਆ ਹੋਇਆ, ਪਰ ਆਪਾਂ ਉਸ ਨੂੰ ਗਿਆਨੋਂ ਨਹੀਂ ਪੜ੍ਹਦੇ ਹਾਂ, ਗਿਆਨ ਪੜ੍ਹਦੇ ਹਾਂ। ਇੱਦਾਂ ਹੀ ਇਹ ਦੇ ਹਾਹੇ ਨੂੰ ਔਂਕੜ ਹੈ, ਇਸ ਨੂੰ ਇਹੋ ਨਹੀਂ ਇਹ ਪੜਾਂਗੇ। ਸੋ ਅੱਗੇ ਹੈ ਜੀ ਜਨ ਨਾਨਕ, ਇੱਥੇ ਵਿਸ਼ਰਾਮ। ਬਿਨ ਆਪਾ ਚੀਨੈ, ਇੱਥੇ ਵਿਸ਼ਰਾਮ। ਮਿਟੈ ਨਾ ਭਰਮ ਕੀ ਕਾਈ, ਇਉਂ ਆਪਾਂ ਇਸ ਸ਼ਬਦ ਨੂੰ ਪੜ੍ਹਨਾ ਹੈ, ਇਸ ਦਾ ਪਾਠ ਕਰਨਾ ਹੈ। ਸੋ ਇਹ ਸਨ ਬੇਨਤੀਆਂ ਉਚਾਰਨ ਅਤੇ ਵਿਸ਼ਰਾਮਾਂ ਦੇ ਸੰਬੰਧ ਵਿੱਚ। ਆਓ ਹੁਣ ਆਪਾਂ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸ਼ਬਦ ਦਾ ਕੇਂਦਰੀ ਭਾਵ ਹੈ ਪਰਮੇਸ਼ਰ ਨਾਲ ਮਿਲਾਪ, ਅਤੇ ਇਸ ਦੇ ਸੰਬੰਧ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਜੋ ਪ੍ਰਚਲਿਤ ਤੌਰ ਤਰੀਕੇ ਹਨ ਰੱਬ ਨੂੰ ਮਿਲਣ ਦੇ, ਉਹਨਾਂ ਨੂੰ ਖੰਡਿਤ ਕੀਤਾ ਹੋਇਆ ਹੈ ਅਤੇ ਉਹਨਾਂ ਦੇ ਟਾਕਰੇ ਦੇ ਉੱਪਰ ਆਪਣਾ ਮਤ ਸਪਸ਼ਟ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫੀ ਨੂੰ ਜਾਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਗਾਹੇ ਬਗਾਹੇ ਅੱਗੇ ਤੋਰਿਆ ਹੈ। ਲਿਖਦੇ ਹਨ ਕਾਹੇ ਰੇ ਬਨ ਖੋਜਨ ਜਾਈ, ਕਹਿੰਦੇ ਹੇ ਭਾਈ ਕਿਉਂ, ਕਾਹਦੇ ਵਾਸਤੇ ਤੂੰ ਜੰਗਲ ਦੇ ਵਿੱਚ ਰੱਬ ਨੂੰ ਖੋਜਣ ਲਈ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਦੇ ਸਮੇਂ ਲੋਕੀ ਰੱਬ ਦੀ ਪ੍ਰਾਪਤੀ ਦੇ ਲਈ ਆਪਣਾ ਘਰ ਘਾਟ ਛੱਡ ਕੇ ਜੰਗਲਾਂ ਵਿੱਚ, ਵੇਲਿਆਂ ਵਿੱਚ, ਹੈ ਨਾ, ਉੱਥੇ ਜਾਂਦੇ ਸਨ। ਸੁੰਨੀਆਂ ਥਾਵਾਂ ਦੇ ਉੱਪਰ ਜਾਂਦੇ ਸਨ, ਘਰ ਪਰਿਵਾਰ ਨੂੰ ਤਿਆਗ ਦਿੰਦੇ ਸਨ। ਭਾਵੇਂ ਉਹ ਯੋਗੀ ਹੋਵਣ, ਭਾਵੇਂ ਉਹ ਬੋਧੀ ਹੋਵਣ, ਜਾਂ ਹੋਰ ਵੱਖ-ਵੱਖ ਫਿਰਕਿਆਂ ਮਤਾਂਤਰਾਂ ਵਾਲੇ ਹੋਣ, ਉਹਨਾਂ ਦਾ ਵਧੇਰੇ ਯਕੀਨ ਇਸੇ ਗੱਲ ਵਿੱਚ ਸੀ, ਵਧੇਰੇ ਵਿਸ਼ਵਾਸ ਉਹਨਾਂ ਦਾ ਇਸੇ ਗੱਲ ਵਿੱਚ ਸੀ ਕਿ ਰੱਬ ਨੂੰ ਅਸੀਂ ਆਪਣਾ ਘਰ ਪਰਿਵਾਰ ਸੰਸਾਰ ਤਿਆਗ ਕੇ ਫਿਰ ਪਾ ਸਕਦੇ ਹਾਂ। ਪਰ ਗੁਰੂ ਨਾਨਕ ਸਾਹਿਬ ਜੀ ਦਾ ਮਤ ਇਸ ਗੱਲ ਦਾ ਖੰਡਨ ਕਰਦਾ ਆ, ਤੇ ਗੁਰੂ ਸਾਹਿਬ ਜੀ ਦਾ ਇਹ ਮਤ ਹੈ ਘਰ ਹੀ ਬੈਠਿਆਂ ਸ਼ੌ ਮਿਲੈ ਜੇ ਨੀਅਤ ਰਾਸ ਕਰੇ। ਸਾਨੂੰ ਘਰੇ ਬੈਠਿਆਂ ਹੀ ਪਰਮੇਸ਼ਰ ਦੀ ਪ੍ਰਾਪਤੀ ਹੈ। ਜੇਕਰ ਪਰਮੇਸ਼ਰ ਨੂੰ ਪਾਉਣ ਦਾ ਸਾਡਾ ਇਰਾਦਾ ਹੋਵੇ, ਫਿਰ ਸਾਨੂੰ ਆਪਣੇ ਆਲੇ ਦੁਆਲੇ ਵਿੱਚੋਂ ਉਸ ਦੀ ਪ੍ਰਾਪਤੀ ਹੋ ਸਕਦੀ ਹੈ। ਪਰ ਜੇ ਪਾਉਣ ਦਾ ਇਰਾਦਾ ਨਹੀਂ ਹੈ, ਰੱਬ ਦੀ ਪ੍ਰਾਪਤੀ ਸਾਡਾ ਟੀਚਾ ਨਹੀਂ ਹੈ, ਫਿਰ ਤੇ ਜਿੱਥੇ ਮਰਜ਼ੀ ਫਰੀ ਜਾਈਏ, ਫਿਰ ਸਾਨੂੰ ਉਸ ਦੀ ਪ੍ਰਾਪਤੀ ਹੋਣੀ ਨਾਮੁਮਕਿਨ ਹੈ। ਸੋ ਦੱਸਦੇ ਹਨ ਕਾਹੇ ਰੇ, ਇਹਦਾ ਅਰਥ ਹੈ ਹੇ ਭਾਈ ਕਾਹਦੇ ਲਈ, ਕਿਉਂ।
ਬਨ ਖੋਜਨ ਜਾਈ। ਬਨ ਵਿੱਚ ਜੰਗਲਾਂ ਵਿੱਚ ਖੋਜਣ ਦੇ ਲਈ ਤੂੰ ਭਟਕਦਾ ਪਿਆ ਹੈ। ਸਰਬ ਨਿਵਾਸੀ ਸਦਾ ਅਲੇਪਾ। ਪਰਮੇਸ਼ਰ ਜੋ ਸਰਬ ਨਿਵਾਸੀ ਹੈ, ਸਰਬ ਨਿਵਾਸੀ ਕਹਿਣ ਤੋਂ ਭਾਵ ਘਟ ਘਟ ਰਮਈਆ ਆਹਿਓ, ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਨਾ, ਹਰ ਇੱਕ ਦੇ ਵਿੱਚ ਜਿਸ ਦੀ ਮੂਰਤ ਵਿਆਪਕ ਹੈ, ਸਰਬ ਨਿਵਾਸੀ ਸਦਾ ਅਲੇਪਾ, ਜੋ ਹਰ ਵੇਲੇ ਹਰ ਇੱਕ ਤੋਂ ਨਿਰਲੇਪ ਵੀ ਰਹਿ ਰਿਹਾ ਹੈ। ਨਿਵਾਸੀ ਤੋਂ ਭਾਵ ਵਾਸ ਕਰਦਾ ਆ, ਅਲੇਪ ਤੋਂ ਭਾਵ ਨਿਰਲੇਪ ਹੈ। ਨਿਰਲੇਪ ਇਸ ਲਈ ਗੁਰੂ ਸਾਹਿਬ ਨੇ ਆਖਿਆ ਕਿਉਂਕਿ ਗੁਰੂ ਸਾਹਿਬ ਨੇ ਪ੍ਰਮਾਤਮਾ ਨੂੰ ਕੋਈ ਸ਼ਕਲ ਨਹੀਂ ਮੰਨਿਆ, ਕੋਈ ਮੂਰਤ ਨਹੀਂ ਮੰਨਿਆ, ਕੋਈ ਸਰੀਰ ਨਹੀਂ ਮੰਨਿਆ। ਨਿਵਾਸੀ ਇਸ ਲਈ ਗੁਰੂ ਸਾਹਿਬ ਨੇ ਆਖਿਆ ਹੈ ਕਿਉਂਕਿ ਗੁਰੂ ਸਾਹਿਬ ਪ੍ਰਮਾਤਮਾ ਨੂੰ ਸਰਬ ਵਿਆਪਕ ਮੰਨਦੇ ਹਨ, ਜੋਤ ਸਰੂਪ ਮੰਨਦੇ ਹਨ। ਅਲੇਪਾ ਤੋਂ ਭਾਵ ਹੈ ਨਿਰਲੇਪ। ਗੁਰੂ ਸਾਹਿਬ ਉਸ ਨੂੰ ਸਰੀਰ ਨਹੀਂ ਮੰਨ ਕੇ ਚੱਲਦੇ, ਗੁਰੂ ਸਾਹਿਬ ਆਕਾਰ ਨਹੀਂ ਮੰਨ ਕੇ ਚੱਲਦੇ ਪਰਮਾਤਮਾ ਨੂੰ, ਪਰ ਹਾਂ ਇਹ ਜ਼ਰੂਰ ਆਖਦੇ ਨੇ ਵੀ ਜਿੰਨੇ ਵੀ ਇਹ ਆਕਾਰ ਨੇ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਇਹ ਹੁਕਮ ਦੇ ਵਿੱਚ ਬਣੇ ਹੋਏ ਨੇ ਤੇ ਇਹਨਾਂ ਆਕਾਰਾਂ ਦੇ ਵਿੱਚ ਸਿਰਜਣਹਾਰ ਪਰਮੇਸ਼ਰ ਆਪ ਵਿਆਪਕ ਹੈ। ਸਤਿਗੁਰੂ ਜਦੋਂ ਇਹ ਲਿਖਦੇ ਆ ਨਾ ਬਈ ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਜਦੋਂ ਇਹ ਲਿਖਦੇ ਨੇ ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ। ਕੁਦਰਤ ਵਿੱਚ ਆਸਣ ਕਰਕੇ, ਠਿਕਾਣਾ ਕਰਕੇ ਡਿਠੋ ਚਾਓ, ਡਿਠੋ ਚਾਓ। ਪਰਮੇਸ਼ਰ ਆਪ ਹੀ ਇਹ ਸਾਰੇ ਵਰਤਾਰੇ ਨੂੰ ਵੇਖ ਰਿਹਾ ਹੈ, ਕਿਉਂਕਿ ਇਸ ਪੌੜੀ ਦਾ ਕੇਂਦਰੀ ਭਾਵ ਇਹੀ ਹੈ, ਕਰ ਆਸਣ ਡਿਠੋ ਚਾਓ। ਗੱਲ ਇੱਥੇ ਜਾ ਕੇ ਮੁੱਕਦੀ ਹੈ ਨਾ। ਇਸ ਲਈ ਗੁਰੂ ਸਾਹਿਬ ਪਹਿਲਾਂ ਗੱਲ ਕਰਦੇ ਆ ਵੀ ਪਰਮੇਸ਼ਰ ਬਾਰੇ ਗੱਲਾਂ ਆਖੀਆਂ ਜਾਂਦੀਆਂ ਹਨ। ਰੱਬ ਨੇ ਆਪਣਾ ਆਪਾ ਬਣਾਇਆ ਹੈ, ਰੱਬ ਨੇ ਫਿਰ ਜਿਹੜਾ ਹੈ ਸੰਸਾਰ ਨੂੰ ਸਿਰਜਿਆ ਹੈ, ਪਰ ਗੁਰੂ ਸਾਹਿਬ ਮੰਨਦੇ ਆ ਭਾਈ ਪਰਮੇਸ਼ਰ ਨੇ ਆਪ ਹੀ ਆਪਣੇ ਆਪੇ ਤੋਂ ਸੰਸਾਰ ਨੂੰ ਬਣਾਉਣਾ ਕੀਤਾ ਆ ਤੇ ਆਪ ਹੀ ਇਹਦੇ ਵਿੱਚ ਉਹ ਘਟ ਘਟ ਰਮਈਆ ਆਹਿਓ, ਇਹਦੇ ਵਿੱਚ ਉਹ ਵਿਆਪਕ ਹੋਇਆ ਵਿਆ ਹੈ, ਰਮਿਆ ਹੋਇਆ ਹੈ। ਕਰ ਆਸਣ ਡਿਠੋ ਚਾਓ, ਇਹਦੇ ਵਿੱਚ ਆਸਣ ਕਰਕੇ, ਠਿਕਾਣਾ ਕਰਕੇ ਇਹ ਸਾਰੇ ਦੇ ਸਾਰੇ ਵਰਤਾਰੇ ਨੂੰ ਚਾਅ ਨਾਲ ਵੇਖ ਰਿਹਾ ਹੈ। ਕਹਿਣ ਤੋਂ ਭਾਵ ਅਸੀਂ ਤੁਸੀਂ ਸਾਰੇ ਪਰਮੇਸ਼ਰ ਦਾ ਰੂਪ ਹਾਂ, ਸਾਡਾ ਸ਼ੁੱਧ ਸਰੂਪ ਹੀ ਪਰਮਾਤਮਾ ਦਾ ਰੂਪ ਹੈ, ਪਰ ਸਾਡਾ ਅਸ਼ੁੱਧ ਸਰੂਪ ਹੀ ਸ਼ੈਤਾਨ ਹੈ। ਨਸ਼ਿਆਂ ਵਿੱਚ ਲੱਗਿਆ ਹੋਇਆ ਇਨਸਾਨ ਜਿਹੜਾ ਆਪਣੇ ਸ਼ੁੱਧ ਸਰੂਪ ਨੂੰ ਗਵਾ ਚੁੱਕਿਆ ਹੈ, ਜਿਸ ਦੇ ਜੀਵਨ ਵਿੱਚ ਔਗਣ ਆ ਚੁੱਕੇ ਹੋਏ ਹਨ, ਕਾਮ ਕ੍ਰੋਧ ਲੋਭ ਹੰਕਾਰ, ਜਿਸ ਦੇ ਜੀਵਨ ਵਿੱਚ ਅਗਿਆਨਤਾ ਆ ਚੁੱਕੀ ਹੈ, ਨਾ ਸਮਝੀ ਆ ਚੁੱਕੀ ਹੈ, ਉਹ ਸ਼ੈਤਾਨ ਬਣ ਗਿਆ। ਪਰ ਜੋ ਸ਼ੁੱਧ ਸਰੂਪ ਹੈ, ਜਿਸ ਵਿੱਚ ਇਹ ਔਗਣ ਨਹੀਂ ਨੇ, ਸ਼ੁਭ ਗੁਣ ਭਰੇ ਹੋਏ ਨੇ, ਉਹ ਭਾਈ ਪਰਮਾਤਮਾ ਦਾ ਹੀ ਰੂਪ ਹੈ, ਜਿਸ ਨੂੰ ਗੁਰਬਾਣੀ ਇੱਦਾਂ ਆਖਦੀ ਹੈ, ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਸੋ ਇੱਦਾਂ ਦੱਸਿਆ ਹੈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਗੁਰੂ ਸਾਹਿਬ ਕਹਿਣ ਲੱਗੇ ਸਰਬ ਨਿਵਾਸੀ, ਸਾਰਿਆਂ ਦੇ ਵਿੱਚ ਨਿਵਾਸ ਕਰਦਾ ਹੈ, ਸਦਾ ਅਲੇਪਾ, ਮੂਰਤ ਨਾ ਹੋਣ ਕਰਕੇ ਉਹ ਸਾਰਿਆਂ ਤੋਂ ਨਿਰਲੇਪ ਹੈ। ਤੋਹੀ ਸੰਗ ਸਮਾਈ, ਤੇ ਭਾਈ ਤੇਰਾ ਪਰਮੇਸ਼ਰ, ਤੋਹੀ ਮਹਿ ਤੇਰਾ, ਤੇਰਾ ਰੱਬ ਤੇਰੇ ਆਪਣੇ ਅੰਦਰ ਬੈਠਾ ਹੋਇਆ ਹੈ, ਉਸ ਨੂੰ ਤੂੰ ਬਾਹਰ ਨਾ ਢੂੰਡ, ਬਾਹਰ ਨਾ ਭਾਲ। ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹ ਦਿਖਾਇਆ ਥਾ। ਗੁਰੂ ਕਿਰਪਾ ਕਰਕੇ ਸਾਨੂੰ ਸਾਡੇ ਅੰਦਰੋਂ ਹੀ ਪਰਮੇਸ਼ਰ ਦੀ ਪ੍ਰਾਪਤੀ ਕਰਵਾ ਦਿੰਦਾ ਹੈ। ਅੱਗੋਂ ਗੁਰੂ ਸਾਹਿਬ ਨੇ ਉਦਾਹਰਣ ਲਈ ਹੈ, ਕਹਿੰਦੇ ਪੁਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਦੋ ਉਦਾਹਰਨਾਂ ਹਨ। ਪਹਿਲੀ ਉਦਾਹਰਣ ਹੈ ਫੁੱਲ ਦੀ। ਪੁਹਪ ਮਦ ਜਿਉ ਬਾਸ ਬਸਤ ਹੈ, ਜਿਹੜੀ ਬਾਸ ਹੁੰਦੀ ਸੁਗੰਧੀ, ਫੁੱਲ ਦੇ ਵਿੱਚ ਫੁੱਲ ਦੀ ਸੁਗੰਧੀ ਹੁੰਦੀ ਹੈ ਨਾ। ਗੁਲਾਬ ਦਾ ਫੁੱਲ ਤੁਸੀਂ ਵੇਖਿਆ ਹੋਣਾ, ਗੇਂਦੇ ਦਾ ਫੁੱਲ ਵੇਖਿਆ ਹੋਣਾ। ਇਹਨਾਂ ਫੁੱਲਾਂ ਦੇ ਵਿੱਚ ਇਹਨਾਂ ਦੀ ਸੁਗੰਧੀ ਹੁੰਦੀ। ਚਮੇਲੀ ਦੇ ਫੁੱਲ 'ਚ ਆਪਣੀ ਸੁਗੰਧੀ ਹੁੰਦੀ ਹੈ ਨਾ, ਗੁਲਾਬ ਦੇ ਫੁੱਲ 'ਚ ਆਪਣੀ ਸੁਗੰਧੀ ਹੁੰਦੀ। ਸੁਗੰਧੀ ਦਾ ਕੋਈ ਆਕਾਰ ਨਹੀਂ ਹੁੰਦਾ, ਕੋਈ ਸ਼ਕਲ ਨਹੀਂ ਹੁੰਦੀ, ਕੋਈ ਰੂਪ ਨਹੀਂ ਹੁੰਦਾ, ਕੋਈ ਰੰਗ ਨਹੀਂ ਹੁੰਦਾ, ਕੋਈ ਚੱਕਰ ਚਿਹਨ ਨਹੀਂ ਹੁੰਦਾ। ਸੁਗੰਧੀ ਫੁੱਲ ਦੇ ਵਿੱਚ ਬੈਠੀ ਹੁੰਦੀ ਆ। ਹੁਣ ਜੇ ਤੁਸੀਂ ਇਹ ਆਖੋ ਬਈ ਫੁੱਲ ਦੇ ਬਾਟਮ ਦੇ ਵਿੱਚ ਸੁਗੰਧੀ ਪਈ ਹੋਈ ਆ, ਫੁੱਲ ਦੀਆਂ ਜਿਹੜੀਆਂ ਪੱਤੀਆਂ ਉਹਨਾਂ 'ਚ ਸੁਗੰਧੀ ਹੈ ਨਹੀਂ, ਇੱਦਾਂ ਨਹੀਂ ਆ। ਫੁੱਲ ਦੀ ਇੱਕ ਇੱਕ ਪੱਤੀ ਵਿੱਚ ਸੁਗੰਧੀ ਵਿਆਪਕ ਹੈ। ਜੇਕਰ ਫੁੱਲ ਇੱਕ ਇੱਕ ਪੱਤੀ ਕਰਕੇ ਖਿਲਾਰ ਵੀ ਦਿੱਤਾ ਜਾਏ, ਉਸ ਦੀ ਇੱਕ ਪੱਤੀ ਨੂੰ ਚੁੱਕ ਕੇ ਤੁਸੀਂ ਸੁੰਘੋਗੇ ਤੇ ਉਹਦੇ ਵਿੱਚੋਂ ਵੀ ਸੁਗੰਧੀ ਆਏਗੀ। ਹਾਂ ਠੀਕ ਹੈ, ਉਹਦਾ ਆਕਾਰ ਘਟ ਗਿਆ, ਉਹ ਸੁਗੰਧੀ ਵੀ ਘਟ ਜਾਏਗੀ, ਪਰ ਜਦੋਂ ਸਾਰੀਆਂ ਪੱਤੀਆਂ ਜੁੜ ਕੇ ਇੱਕ ਫੁੱਲ ਬਣੀਆਂ ਹੋਈਆਂ ਤਾਂ ਉਹਦੀ ਸੁਗੰਧੀ ਵੱਧ ਹੋਏਗੀ। ਤੇ ਜਦੋਂ ਫੁੱਲਾਂ ਦਾ ਇੱਕ ਗੁਲਦਸਤਾ ਬਣਿਆ ਹੋਇਆ ਤਾਂ ਉਹਨਾਂ ਸਮੂਹਿਕ ਫੁੱਲਾਂ ਦੇ ਵਿੱਚ ਸੁਗੰਧੀ ਹੋਰ ਵੀ ਵਧੇਰੇ ਵੱਧ ਆਏਗੀ। ਪਰ ਜਿੱਥੇ ਫੁੱਲਾਂ ਦਾ ਇੱਕ ਬਾਗ ਆ, ਬਗੀਚਾ ਆ, ਉਹ ਬਾਗ ਹੋਣ ਕਰਕੇ ਸੁਗੰਧੀ ਹੋਰ ਵੱਧ ਆਏਗੀ।
ਉਹਦੀ ਮਿਕਦਾਰ ਵੱਧ ਜਾਏਗੀ, ਮਾਤਰਾ ਵੱਧ ਜਾਏਗੀ ਸੁਗੰਧੀ ਦੀ। ਪੁਹਪ ਮਧ ਜਿਉ ਬਾਸ ਵਸਤ ਹੈ, ਜਿੱਦਾਂ ਫੁੱਲ ਵਿੱਚ ਸੁਗੰਧੀ ਵਸਦੀ ਪਰ ਸੁਗੰਧੀ ਦਿਸਦੀ ਕੋਈ ਨਹੀਂ। ਜੇ ਕੋਈ ਵੇਖਣਾ ਚਾਹੇ ਤਾਂ ਨਜ਼ਰ ਨਹੀਂ ਆਉਂਦੀ। ਜੇ ਕੋਈ ਵੇਖਣ ਦਾ ਯਤਨ ਕਰੇ, ਆਖੇ ਵੀ ਮੈਂ ਤਾਂ ਸੁਗੰਧੀ ਵੇਖ ਕੇ ਹਟਣੀ ਹੈ, ਜੇ ਨਹੀਂ ਦਿਸਦੀ ਮੈਂ ਘਰ ਛੱਡ ਦਿਆਂਗਾ, ਮੈਂ ਪੈਰਾਂ 'ਚ ਜੁੱਤੀ ਪਾਉਣੀ ਛੱਡ ਦਿਆਂਗਾ, ਮੈਂ ਪੁੱਠਾ ਲਟਕ ਜਾਵਾਂਗਾ, ਜੋ ਮਰਜ਼ੀ ਕਰ ਲੈ, ਸੁਗੰਧੀ ਨਹੀਂ ਦਿਸੇਗੀ। ਘਰ ਛੱਡ, ਖਾਣਾ ਛੱਡ, ਭੁੱਖਾ ਬੈਠ, ਪੁੱਠਾ ਲਟਕ, ਪੈਰਾਂ 'ਚੋਂ ਜੁੱਤੀ ਤਿਆਗ, ਕੱਪੜੇ ਪਹਿਨਣੇ ਛੱਡ, ਸਿਰ ਤੇ ਦੀਆਂ ਜਟਾਂ ਵਧਾ ਲਾ, ਪਿੰਡੇ ਤੇ ਸੁਆਹ ਮੜ ਲੈ, ਜੋ ਵੀ ਕਰ ਲੈ, ਪਰ ਜੇ ਆਖੇ ਵੀ ਸੁਗੰਧੀ ਦੇਖ ਕੇ ਹਟਾਂਗਾ, ਉਹ ਨਜ਼ਰ ਨਹੀਂ ਆਏਗੀ ਨਾ, ਉਹ ਤੇ ਤੈਨੂੰ ਮੰਨਣੀ ਪਏਗੀ। ਇੱਦਾਂ ਹੀ ਗੁਰੂ ਸਾਹਿਬ ਕਹਿੰਦੇ ਹੁਣ ਜੇ ਤੂੰ ਆਖੇ ਵੀ ਰੱਬ ਦੇਖ ਕੇ ਹਟਾਂਗਾ, ਰੱਬ ਮੈਨੂੰ ਦਿਸੇ, ਰੱਬ ਦਾ ਮੈਨੂੰ ਦਰਸ਼ਨ ਹੋਏ, ਰੱਬ ਦਾ ਮੈਨੂੰ ਦੀਦਾਰ ਹੋਏ, ਮੈਂ ਇੱਦਾਂ ਆਪਣੀਆਂ ਅੱਖਾਂ ਨਾਲ ਰੱਬ ਵੇਖਾਂ, ਇਹ ਨਹੀਂ ਸੰਭਵ ਹੋ ਪਾਉਣਾ। ਕਿਤੇ ਇਉਂ ਆ, ਪੁਹਪ ਮਧ ਜਿਉ ਬਾਸ ਵਸਤ ਹੈ, ਪੁਹਪ ਪੁਸ਼ਪ ਭਾਵ ਫੁੱਲ, ਫੁੱਲਾਂ ਵਿੱਚ ਜਿਵੇਂ ਫੁੱਲਾਂ ਦੀ ਸੁਗੰਧੀ ਹੁੰਦੀ, ਮੋਕਰ ਮਾਹੇ ਜੈਸੇ ਛਾਈ, ਮੁਕਰ ਕਹੀਏ ਸ਼ੀਸ਼ਾ, ਜਿਵੇਂ ਸ਼ੀਸ਼ੇ ਦੇ ਵਿੱਚ ਸਾਹਮਣੇ ਵਾਲੇ ਦਾ ਪ੍ਰਤੀਬਿੰਬ ਵਸਦਾ ਹੁੰਦਾ ਆ। ਸ਼ੀਸ਼ੇ ਦੇ ਆਪਣੇ ਅੰਦਰ ਤੇ ਕੁਝ ਵੀ ਨਹੀਂ ਨਾ ਹੁੰਦਾ, ਜੋ ਵੀ ਸ਼ੀਸ਼ੇ ਦੇ ਸਾਹਮਣੇ ਕਰ ਦਿਓਗੇ ਉਹਦਾ ਪ੍ਰਤੀਬਿੰਬ ਉਹਦੇ ਅੰਦਰੋਂ ਦਿਖਾਈ ਦੇਵੇਗਾ। ਜਿਵੇਂ ਸ਼ੀਸ਼ੇ ਦੇ ਅੰਦਰ ਅਕਸ਼ ਪ੍ਰਤੀਬਿੰਬ ਵਸਦਾ ਆ, ਫੁੱਲ ਵਿੱਚ ਸੁਗੰਧੀ ਵਸਦੀ ਆ, ਪਰ ਜੇ ਉਹਨੂੰ ਤੁਸੀਂ ਇੱਦਾਂ ਬਾਹਰ ਕੱਢਣੀ ਚਾਹੋ, ਇੱਦਾਂ ਸੁਗੰਧੀ ਨੂੰ ਵੇਖਣਾ ਚਾਹੋ, ਸ਼ੀਸ਼ੇ ਦੇ ਵਿੱਚੋਂ ਆਕਾਰ ਨੂੰ ਬਾਹਰ ਕੱਢਣਾ ਚਾਹੋ, ਉਹ ਨਹੀਂ ਨਾ ਨਿਕਲਦਾ। ਇਵੇਂ ਹੀ ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ, ਇਵੇਂ ਹੀ ਪਰਮੇਸ਼ਰ ਦਾ ਵਾਸਾ ਤੁਹਾਡੇ ਆਪਣੇ ਅੰਦਰ ਹੈ। ਘਟ ਹੀ ਖੋਜੋ ਭਾਈ, ਘਟ ਹੀ ਦਾ ਅਰਥ ਆਪਣੇ ਮਨ ਵਿੱਚ, ਘਟ ਦਾ ਅਰਥ ਆ ਮਨ, ਮਨ ਵਿੱਚ ਹੀ ਉਸ ਨੂੰ ਖੋਜੋ, ਉਸ ਨੂੰ ਬਾਹਰ ਬਨ ਖੋਜਣ ਜਾਈ, ਜੰਗਲਾਂ ਵਿੱਚ ਖੋਜਣ ਨਾ ਜਾ, ਉਸ ਨੂੰ ਬਾਹਰ ਧਾਰਮਿਕ ਥਾਵਾਂ ਤੇ ਖੋਜਣ ਨਾ ਜਾ, ਕਿਉਂਕਿ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਰੱਬ ਦੀ ਢੂੰਡ ਭਾਲ ਬਾਹਰਲੇ ਥਾਵਾਂ ਦੇ ਉੱਪਰ ਹੁੰਦੀ ਸੀ। ਅੱਜ ਦੇ ਸਮੇਂ ਰੱਬ ਦੀ ਢੂੰਡ ਭਾਲ ਧਾਰਮਿਕ ਥਾਵਾਂ ਤੇ ਹੁੰਦੀ ਹੈ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ, ਬਾਹਰ ਕਿਤੇ ਵੀ ਚਲਾ ਜਾ, ਉੱਥੋਂ ਨਹੀਂ, ਆਪਣੇ ਅੰਦਰੋਂ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ, ਰੱਬ ਤੂੰ ਆਪਣੇ ਅੰਦਰੋਂ ਪਾਏਗਾ। ਘਟ ਹੀ ਖੋਜੋ ਭਾਈ, ਆਪਣੇ ਅੰਦਰ ਆਪਣੇ ਮਨ ਵਿੱਚ ਉਸ ਨੂੰ ਖੋਜਣਾ ਕਰ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਗੁਰ ਗਿਆਨ ਬਤਾਈ, ਗੁਰੂ ਦਾ ਗਿਆਨ ਬਤਾ ਰਿਹਾ, ਦੱਸ ਰਿਹਾ। ਕੀ ਦੱਸ ਰਿਹਾ? ਇਹ ਬਤਾਈ, ਇਹ ਦੱਸ ਰਿਹਾ। ਕੀ ਦੱਸ ਰਿਹਾ? ਬਾਹਰ ਭੀਤਰ ਏਕੋ ਜਾਨੋ, ਬਾਹਰ ਸੰਸਾਰ ਵਿੱਚ, ਭੀਤਰ ਆਪਣੇ ਅੰਦਰ ਏਕੋ ਜਾਨੋ, ਬਈ ਇੱਕੋ ਹੀ ਪਰਮੇਸ਼ਰ ਸਾਡੇ ਸਾਰਿਆਂ ਵਿੱਚ ਕਾਰਜਸ਼ੀਲ ਆ। ਭਾਵ ਸਾਰੇ ਅਸੀਂ ਇੱਕੋ ਜਿਹੇ ਹਾਂ, ਸਾਡੇ ਵਿੱਚ ਕੋਈ ਵੱਡਾ ਛੋਟਾ ਨਹੀਂ, ਕੋਈ ਊਚ ਨੀਚ ਨਹੀਂ ਆ, ਅਸੀਂ ਸਾਰੇ ਇੱਕੋ ਜਿਹੇ ਹਾਂ। ਇੱਕ ਦੂਸਰੇ ਦੇ ਵਿੱਚ ਸਾਡੇ 'ਚ ਕੋਈ ਅੰਤਰ ਨਹੀਂ ਹੈ। ਹਾਂ, ਸ਼ਕਲਾਂ ਦਾ ਅੰਤਰ ਹੋ ਸਕਦਾ ਹੈ, ਪੜ੍ਹਾਈ ਲਿਖਾਈ ਦਾ ਅੰਤਰ ਹੋ ਸਕਦਾ ਹੈ, ਕਾਰੋਬਾਰ ਪੈਸੇ ਦਾ ਅੰਤਰ ਹੋ ਸਕਦਾ ਹੈ, ਪਰ ਜੇ ਮਨੁੱਖਤਾ ਵਿੱਚ ਅਸੀਂ ਜ਼ਾਤ ਦੇ ਆਧਾਰ ਦੇ ਉੱਪਰ ਜਾਂ ਧਾਰਮਿਕ ਤੌਰ 'ਤੇ ਰੱਬ ਨੂੰ ਪਾਉਣ ਨਾ ਪਾਉਣ ਦੇ ਆਧਾਰ ਉੱਪਰ ਆਖੀਏ, ਅੰਤਰ ਨਹੀਂ ਹੈ, ਕਿਉਂਕਿ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਆ, ਸਭ ਉਸੇ ਦੇ ਹੁਕਮ ਦੇ ਵਿੱਚ ਸੰਸਾਰ 'ਤੇ ਜਨਮੇ ਹੋਏ ਹਨ, ਸਾਰੇ ਰੱਬ ਦਾ ਹੀ ਰੂਪ ਹਨ। ਤੇ ਆਪਣੇ ਆਪ ਨੂੰ ਤੁਸੀਂ ਕਿਸੇ ਤੋਂ ਵਧੀਆ ਮੰਨ ਕੇ ਇਹ ਨਾ ਆਖੋ ਬਈ ਹਾਂ, ਫੁੱਲ ਦੀ ਹੁਣ ਇੱਕ ਪੱਤੀ ਆਖੇ ਵੀ ਮੇਰੇ ਵਿੱਚ ਸੁਗੰਧੀ ਆ, ਨਹੀਂ ਆ, ਤੇ ਸਾਰਿਆਂ 'ਚ ਹੀ ਆ। ਇੱਕ ਸ਼ੀਸ਼ਾ ਆਖੇ ਬਈ ਮੇਰੇ ਵਿੱਚੋਂ ਹੀ ਅਕਸ਼ ਦਿਸਦਾ ਆ, ਬਾਕੀਆਂ ਵਿੱਚੋਂ ਨਹੀਂ, ਤੇ ਸਾਰਿਆਂ 'ਚ ਹੀ ਦਿਸੇਗਾ। ਲੋਕਾਂ ਦੇ ਘਰਾਂ 'ਚ ਸ਼ੀਸ਼ੇ ਲੱਗੇ ਹੁੰਦੇ ਆ, ਵਾਸ਼ਰੂਮ 'ਚ ਲੱਗਿਆ ਹੁੰਦਾ ਆ, ਹੈ ਨਾ, ਡਰੈਸਿੰਗ ਰੂਮ 'ਚ ਲੱਗਿਆ ਹੁੰਦਾ ਆ, ਆਪਣਾ ਬੈਡਰੂਮ 'ਚ ਲੱਗਿਆ ਹੁੰਦਾ ਆ, ਕਿੰਨੀਆਂ ਥਾਵਾਂ 'ਤੇ ਇੱਕ ਘਰ 'ਚ ਸ਼ੀਸ਼ੇ ਲੱਗੇ ਹੁੰਦੇ। ਤੇ ਜੇ ਇੱਕ ਸ਼ੀਸ਼ਾ ਆਖੇ ਮਾਣ ਕਰ ਬੈਠੇ ਵੀ ਮੇਰੇ ਵਿੱਚੋਂ ਹੀ ਸ਼ਕਲ ਦਿਸਦੀ ਆ, ਬਾਕੀਆਂ 'ਚੋਂ ਨਹੀਂ, ਇੱਦਾਂ ਨਹੀਂ ਹੁੰਦਾ। ਸ਼ਕਲ ਤੇ ਦਰਪਣ ਹੋਵੇ, ਉਹ ਕਿਤੇ ਵੀ ਹੋਵੇ, ਹਰ ਇੱਕ ਦੇ ਵਿੱਚੋਂ ਸ਼ਕਲ ਦਿਸਦੀ ਆ, ਚਿਹਰਾ ਦਿਸਦਾ। ਸੋ ਇਹ ਭਰਮ ਨਾ ਪਾਲਿਆ ਜਾਵੇ ਆਪਣੇ ਅੰਦਰ ਬਈ ਇੱਕ ਹੀ ਕੋਈ ਵਿਸ਼ੇਸ਼ ਦਰਜਾ ਰੱਖਦਾ ਆ, ਕੋਈ ਥਾਂ ਰੱਖਦਾ ਆ, ਨਹੀਂ। ਫੁੱਲ ਅਤੇ ਸ਼ੀਸ਼ੇ ਦੀ ਉਦਾਹਰਣ ਦੇਣ ਤੋਂ ਭਾਵ ਆ ਵੀ ਸਾਰੇ ਇੱਕੋ ਜਿਹੇ ਨੇ, ਕੋਈ ਅੰਤਰ ਨਹੀਂ ਹੈ, ਕੋਈ ਭੇਦ ਨਹੀਂ ਹੈ, ਸਭ ਇੱਕੋ ਜਿਹੇ ਨੇ। ਸੋ ਇਹ ਗੁਰ ਗਿਆਨ ਬਤਾਈ, ਬਾਹਰ ਭੀਤਰ ਏਕੋ ਜਾਨੋ, ਆਪਣੇ ਬਾਹਰ ਅਤੇ ਆਪਣੇ ਭੀਤਰ ਇੱਕ ਨੂੰ ਹੀ ਜਾਣੋ, ਸਰਬ ਵਿਆਪਕ ਇੱਕ ਨੂੰ ਹੀ ਜਾਣੋ। ਗੁਰੂ ਦਾ ਗਿਆਨ ਇਹ ਬਤਾਉਂਦਾ ਆ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਇੱਥੋਂ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਬਿਨ ਆਪਾ ਚੀਨੈ, ਜੇ ਆਪਣੇ ਆਪੇ ਨੂੰ ਨਾ ਚੀਨਿਆ, ਆਪਣੇ ਆਪੇ ਨੂੰ ਨਾ ਪਛਾਣਿਆ, ਆਪਣੇ ਅੰਤਰ ਆਤਮੇ ਦੀ ਖੋਜ ਨਾ ਕੀਤੀ,
ਮਿਟੈ ਨਾ ਭਰਮ ਕੀ ਕਾਈ। ਫਿਰ ਜਿਹੜੀ ਭਰਾਵਾਂ ਦੀ ਕਾਈ ਆਪਣੇ ਮਨ ਤੇ ਜੰਮੀ ਹੋਈ ਹੈ ਨਾ, ਇਹ ਮਿਟ ਨਹੀਂ ਸਕਦੀ। ਪਾਣੀ ਖੜਾ ਹੁੰਦਾ ਨਾ, ਛੱਪੜ ਦਾ ਪਾਣੀ, ਟੋਭੇ ਦਾ ਪਾਣੀ ਤੇ ਇੱਕ ਜਾਲਾ ਫਿਰ ਜਾਂਦਾ, ਕਾਈ ਫਿਰ ਜਾਂਦੀ ਆ। ਸ਼ੀਸ਼ਾ ਪਿਆ ਰਹੇ, ਉਹਨੂੰ ਸਾਫ਼ ਨਾ ਕਰੋ, ਉਹ ਤੇ ਧੂੜ ਜੰਮਦੀ 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 ਉਹ ਸ਼ੀਸ਼ਾ ਧੁੰਦਲਾ ਹੋ ਜਾਂਦਾ। ਤੇ ਧੁੰਦਲੇ ਹੋਏ ਸ਼ੀਸ਼ੇ ਦੇ ਵਿੱਚੋਂ ਫਿਰ ਤੁਹਾਨੂੰ ਆਪਣਾ ਪ੍ਰਤੀਬਿੰਬ ਨਹੀਂ ਦਿਸਣਾ ਵਾ, ਨਹੀਂ, ਉਹ ਸਾਫ਼ ਕਰਨਾ ਪੈਣਾ। ਉਹ ਜਿਹੜੀ ਉੱਪਰ ਜੰਮੀ ਹੋਈ ਗਰਦ ਆ, ਉਤਾਰਨੀ ਪੈਣੀ ਆ। ਕੋਲਿਨ ਨਾਲ ਸਾਫ਼ ਕਰ ਲਓ ਉਹਨੂੰ, ਪਾਣੀ ਨਾਲ ਕਰ ਲਓ, ਕਿਸੇ ਹੋਰ ਚੀਜ਼ ਨਾਲ ਉਹਨੂੰ ਸਾਫ਼ ਕਰ ਲਓ। ਸਾਫ਼ ਕਰਕੇ ਜਿਹੜੀ ਮੈਲ ਜੰਮੀ ਹੋਈ ਆ ਉਹ ਲਾਉਣੀ ਪੈਣੀ ਆ, ਫਿਰ ਤੁਹਾਨੂੰ ਆਪਣਾ ਅਕਸ਼ ਉਹਦੇ ਵਿੱਚੋਂ ਦਿਖੇਗਾ। ਪਾਣੀ ਉੱਪਰ ਕਾਈ ਜੰਮ ਜਾਏ, ਜਾਲਾ ਫਿਰ ਜਾਏ, ਪਾਣੀ ਵਿੱਚੋਂ ਸ਼ਕਲ ਨਹੀਂ ਦਿਸਦੀ, ਆਕਾਰ ਨਹੀਂ ਦਿਸਦੇ। ਪਾਣੀ ਦੇ ਉੱਪਰੋਂ ਉਹ ਕਾਈ ਨੂੰ ਪਰੇ ਕਰਨਾ ਪੈਂਦਾ, ਫਿਰ ਥੱਲੋਂ ਨਿਰਮਲ ਸਵੱਛ ਜਲ ਪਾਣੀ ਦੀ ਪ੍ਰਾਪਤੀ ਸਾਨੂੰ ਹੁੰਦੀ ਆ। ਇਵੇਂ ਹੀ ਮਿਟੈ ਨਾ ਭਰਮ ਕੀ ਕਾਈ। ਜੇ ਆਪਣੇ ਆਪੇ ਦੀ ਪਛਾਣ ਨਹੀਂ ਕਰਦੇ, ਆਪਣੇ ਆਪੇ ਨੂੰ ਨਹੀਂ ਖੋਜਦੇ, ਆਪਣੇ ਆਪੇ ਨੂੰ ਤਾਂ ਇੱਦਾਂ ਸਮਝ ਰੱਖਿਆ ਵੀ ਨਾ ਜੀ ਅਸੀਂ ਕੀ ਫਲਾਣਾ ਟਮਕਾਣਾ, ਨਾ ਇੱਦਾਂ ਨਹੀਂ। ਕੀ ਗੱਲ ਭਾਈ, ਅਸੀਂ ਵੀ ਪਰਮੇਸ਼ਰ ਦੇ ਸਿਰਜੇ ਹੋਏ ਹਾਂ, ਸਾਡੇ ਅੰਦਰ ਵੀ ਰੱਬ ਦੀ ਜੋਤ ਆ, ਸਾਡੇ ਅੰਦਰ ਵੀ ਪਰਮੇਸ਼ਰ ਦਾ ਵਾਸਾ ਆ, ਅਸੀਂ ਵੀ ਰੱਬ ਨੂੰ ਪਾ ਸਕਦੇ ਹਾਂ। ਇਹ ਵਿਸ਼ਵਾਸ ਲੈ ਕੇ ਚੱਲਣਾ, ਇਹ ਹੰਕਾਰ ਨਹੀਂ ਪਾਲ ਲੈਣਾ, ਇਹ ਆਤਮ ਵਿਸ਼ਵਾਸ। ਇੱਕ ਹੁੰਦਾ ਹੰਕਾਰ, ਹਉਮੈ, ਇੱਕ ਹੁੰਦਾ ਆਤਮ ਵਿਸ਼ਵਾਸ। ਆਤਮ ਵਿਸ਼ਵਾਸ ਦੇ ਨਾਲ, ਦ੍ਰਿੜਤਾ ਦੇ ਨਾਲ ਇਹ ਗੱਲ ਪੱਕੀ ਕਰ ਲੈਣੀ ਮਨ ਵਿੱਚ, ਅਸੀਂ ਵੀ ਉਸੇ ਰੱਬ ਦੇ ਰੂਪ ਹਾਂ ਜਿਸ ਦਾ ਰੂਪ ਬਾਕੀ ਨੇ। ਬਾਹਰ ਭੀਤਰ ਇੱਕੋ ਜਾਣੇ, ਇੱਕੋ ਹੀ ਪਰਮੇਸ਼ਰ ਆ, ਬਾਹਰ ਹਰ ਇੱਕ ਥਾਂ ਤੇ, ਭੀਤਰ ਸਾਡੇ ਅੰਦਰ। ਤੇ ਇਹ ਦ੍ਰਿੜਤਾ ਨਾਲ ਗੱਲ ਆਪਣੇ ਅੰਦਰ ਪੱਕੀ ਕਰ ਲੈਣੀ ਹੈ। ਤੇ ਭਰਾਵਾਂ ਦੀ ਕਾਈ ਜਿਹੜੀ ਪਹਿਲਾਂ ਸਮਝ ਬੈਠੇ ਸਾਂ ਅਸੀਂ ਸੰਸਾਰੀ, ਅਸੀਂ ਕੀ ਕਰ ਸਕਦੇ ਹਾਂ, ਸਾਡੇ ਪੱਲੇ ਕੀ ਹੈ, ਇਹ ਚੀਜ਼ ਖਤਮ ਕਰ ਦੇਣੀ ਹੈ। ਜਦੋਂ ਇਹ ਖਤਮ ਹੋਏਗੀ, ਮਿਟੇਗੀ, ਫਿਰ ਤੁਸੀਂ ਵੇਖਣਾ ਤੁਹਾਡਾ ਆਪਣਾ ਮਨ ਹੀ ਉਸ ਸਰਵ ਵਿਆਪਕ ਈਸ਼ਵਰ ਦਾ ਰੂਪ ਹੋ ਜਾਏਗਾ। ਸੋ ਇਹ ਸਮਝਾਇਆ ਹੈ ਗੁਰੂ ਸਾਹਿਬ ਨੇ ਵੀ ਰੱਬ ਨੂੰ ਲੱਭਣ ਬਾਹਰ ਨਾ ਫਿਰੋ ਭਾਈ, ਘਰ ਦੇ ਵਿੱਚੋਂ ਮਨ ਮੰਦਰ, ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ। ਮਨ ਵਿੱਚੋਂ ਹੀ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ। ਅਗਲਾ 28 ਨੰਬਰ ਸ਼ਬਦ ਹੈ ਧਨਾਸਰੀ ਮਹਲਾ ਨਾਵਾ। ਆਪਣਾ ਧਨਾਸਰੀ ਰਾਗ ਦਾ ਹੀ ਸ਼ਬਦ ਹੈ ਦੂਜਾ ਸ਼ਬਦ, ਤੇ ਸ਼ਬਦਾਂ ਦੀ ਸੰਖਿਆ ਵਿੱਚ 28ਵਾਂ ਸ਼ਬਦ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋਡਿਆ, ਮਾਇਆ ਹਾਥ ਬਿਕਾਨਾ ਰਹਾਓ। ਮਾਤ ਪਿਤਾ ਭਾਈ ਸੁਤ ਬਨਤਾ, ਤਾਕੈ ਰਸ ਲਪਟਾਨਾ, ਜੋਬਨ ਧਨ ਪ੍ਰਭ ਤਾਕੈ ਮਦ ਮੈਂ, ਅਹਨਿਸ ਰਹਿ ਦਿਵਾਨਾ। ਦੀਨ ਦਇਆਲ ਸਦਾ ਦੁਖ ਭੰਜਨ, ਤਾਂ ਸਿਉ ਮਨ ਨਾ ਲਗਾਨਾ, ਜਨ ਨਾਨਕ ਕੋਟਨ ਮੈਂ ਕਿਨਹੂ, ਗੁਰਮੁਖ ਹੋਏ ਪਛਾਨਾ। ਇਹ 28 ਨੰਬਰ ਸ਼ਬਦ ਹੈ, ਧਨਾਸਰੀ ਰਾਗ ਦਾ ਦੂਜਾ ਸ਼ਬਦ ਹੈ। ਇਸ ਦਾ ਉਚਾਰਨ ਤੇ ਵਿਸ਼ਰਾਮ ਦੀ ਆਪਾਂ ਗੱਲ ਕਰੀਏ, ਸਾਧੋ ਇਹ ਜਗ ਭਰਮ ਭੁਲਾਨਾ। ਸਾਧੋ ਤੇ ਵਿਸ਼ਰਾਮ ਆਏਗਾ ਕਿਉਂਕਿ ਸੰਬੋਧਨੀ ਸ਼ਬਦ ਹੈ। ਇਹ ਜਗ ਭਰਮ ਭੁਲਾਨਾ, ਇਹੋ ਜਗ ਨਹੀਂ ਪੜਾਂਗੇ, ਇਹ ਜਗ, ਇਹ ਜਗ ਭਰਮ ਭੁਲਾਨਾ, ਇੱਕ ਵਚਨ ਦੀ ਗੱਲ ਹੋ ਰਹੀ ਹੈ ਇੱਥੇ। ਰਾਮ ਨਾਮ ਕਾ ਸਿਮਰਨ ਛੋਡਿਆ, ਇੱਥੇ ਵਿਸ਼ਰਾਮ ਦੇਵਾਂਗੇ। ਮਾਇਆ ਹਾਥ ਬਿਕਾਨਾ, ਮਾਤ ਪਿਤਾ ਭਾਈ ਸੁਤ ਬਨਤਾ, ਇੱਦਾਂ ਪੜਾਂਗੇ ਆਪਾਂ, ਮਾਤ ਪਿਤਾ ਵਿਸ਼ਰਾਮ ਭਾਈ ਸੁਤ ਬਨਤਾ। ਤਾਕੈ ਰਸ ਲਪਟਾਨਾ, ਜੋਬਨ ਧਨ ਪ੍ਰਭ ਤਾਕੈ ਮਦ ਮੈਂ। ਜੋਬਨ ਧਨ ਅਰਧ ਵਿਸ਼ਰਾਮ, ਪ੍ਰਭ ਤਾਕੈ ਮਦ ਮੈਂ ਵਿਸ਼ਰਾਮ। ਮੈਂ ਪੜਾਂਗੇ ਇਹਨੂੰ, ਮੈਂ ਨਹੀਂ ਪੜਾਂਗੇ। ਅਹਨਿਸ ਰਹਿ ਦਿਵਾਨਾ, ਦੀਨ ਦਇਆਲ ਸਦਾ ਦੁਖ ਭੰਜਨ, ਇੱਥੇ ਵਿਸ਼ਰਾਮ। ਤਾਸਿਉ ਮਨ ਨਾ ਲਗਾਨਾ, ਤਾਂ ਨਹੀਂ ਪੜਾਂਗੇ, ਤਾ ਪੜਨਾ ਹੈ। ਜਨ ਨਾਨਕ ਵਿਸ਼ਰਾਮ। ਕੋਟਨ ਮੈਂ ਕਿਨਹੂ, ਕੋਟਨ ਮੈਂ ਕਿਨਹੂ, ਮੈਂ ਨਹੀਂ ਪੜਨਾ, ਇੱਥੇ ਵੀ ਮੈਂ। ਕਿਨਹੂ ਗੁਰਮੁਖ ਹੋਏ ਪਛਾਨਾ। ਸੋ ਇਹ ਉਚਾਰਨ ਅਤੇ ਵਿਸ਼ਰਾਮ ਦੇ ਸੰਬੰਧ ਵਿੱਚ ਬੇਨਤੀਆਂ ਸਨ। ਆਓ ਆਪਾਂ ਇਸ ਨੂੰ ਸਮਝਦੇ ਹਾਂ। ਸਾਧੋ ਇਹ ਜਗ ਭਰਮ ਭੁਲਾਨਾ, ਸਾਧੋ ਹੇ ਸਾਧੂ ਜਨੋ, ਹੇ ਗੁਰਮੁਖੋ, ਇਹ ਜਗ ਭਰਮ ਭੁਲਾਨਾ। ਇਹ ਜਗਤ ਕਈਆਂ ਲਈ ਭਰਮ ਭੁਲਾਵਾ ਹੀ ਬਣ ਗਿਆ ਹੈ, ਜਿਨ੍ਹਾਂ ਨੇ ਆਪਣਾ ਟੀਚਾ ਵਿਸਾਰ ਦਿੱਤਾ। ਪਿਛਲੇ ਸ਼ਬਦ ਵਿੱਚ ਆਪਾਂ ਗੱਲ ਕਰਕੇ ਆਏ ਹਾਂ ਨਾ ਬਈ, ਮਿਟੈ ਨਾ ਭਰਮ ਕੀ ਕਾਈ। ਉਹ ਜਿਹੜੀ ਭਰਾਵਾਂ ਦੀ ਕਾਈ ਜੰਮੀ ਹੋਈ ਆ, ਉਸ ਕਰਕੇ ਕਈ ਲੋਕਾਂ ਲਈ ਇਹ ਜਗਤ ਬਸ ਭਰਮ ਦੀ ਘੁੰਮਣ ਘੇਰੀ ਹੀ ਬਣ ਗਿਆ।
ਜਿਨ੍ਹਾਂ ਨੇ ਆਪਣੇ ਅਸਲ ਸਰੂਪ ਨੂੰ ਪਛਾਣਿਆ ਨਹੀਂ, ਨਿਜ ਸਰੂਪ ਨੂੰ ਪਛਾਣਿਆ ਨਹੀਂ, ਉਹਨਾਂ ਲਈ ਇਹ ਜਗਤ ਭਰਮ ਭੁਲਾਨਾ ਹੀ ਬਣ ਗਿਆ। ਰਾਮ ਨਾਮ ਕਾ ਸਿਮਰਨ ਛੋਡਿਆ। ਪਰਮੇਸ਼ਰ ਦੇ ਨਾਮ ਦਾ ਸਿਮਰਨ, ਰੱਬ ਜੀ ਦੀ ਸਰਬ ਵਿਆਪਕਤਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਨ ਦੀ ਜਾਂਚ ਸੀ ਜਿਹੜੀ, ਉਹਨੂੰ ਤਿਆਗ ਦਿੱਤਾ। ਆਪਣੇ ਅੰਦਰੋਂ ਬਾਹਰ ਭੀਤਰ ਉਹ ਪਛਾਣਿਆ ਹੀ ਨਹੀਂ। ਮਾਇਆ ਹਾਥ ਬਿਕਾਨਾ, ਬਸ ਮਾਇਆ ਦੇ ਹੱਥੇ ਚੜਿਆ ਰਿਹਾ, ਕਈਏ ਵਿਕਾਰ ਕਮਾਉਂਦਾ ਰਿਹਾ, ਅਗਿਆਨਤਾ ਵਿੱਚ ਫਸਿਆ ਰਿਹਾ, ਸ਼ੁੱਧ ਸਰੂਪ ਨੂੰ ਨਹੀਂ ਪਛਾਣ ਸਕਿਆ। ਮਾਤ ਪਿਤਾ ਭਾਈ ਸੁਤ ਬਨਤਾ, ਤਾਕੈ ਰਸ ਲਪਟਾਨਾ। ਮਾਤ ਪਿਤਾ, ਮਾਤਾ ਪਿਤਾ, ਭਾਈ ਸੁਤ ਬਨਤਾ, ਭੈਣ ਭਰਾਵਾਂ, ਧੀਆਂ ਪੁੱਤਰ ਪਤਨੀ, ਇਹਨਾਂ ਦੇ ਵਿੱਚੋਂ ਪਰਮੇਸ਼ਰ ਨੂੰ ਨਹੀਂ ਜਾਣਿਆ, ਨਹੀਂ ਵੇਖਿਆ, ਇਹਨਾਂ ਨੂੰ ਰੱਬ ਦੇ ਦਿੱਤੇ ਹੋਏ ਸਾਥੀ ਨਹੀਂ ਮੰਨਿਆ। ਤਾਕੈ ਰਸ ਲਪਟਾਨਾ, ਬਸ ਮਾਇਆ ਦੀ ਪੂਰਤੀ ਵਾਸਤੇ ਇਹਨਾਂ ਦੇ ਨਾਲ ਆਪਣਾ ਸੰਬੰਧ ਬਣਾ ਕੇ ਰੱਖਿਆ। ਸੰਬੰਧ ਵੀ ਬਿਹਤਰ ਜੀਵਨ ਵਾਸਤੇ ਨਹੀਂ, ਕੇਵਲ ਮਾਇਆ ਵਾਸਤੇ ਸੰਬੰਧ ਬਣਾ ਕੇ ਰੱਖਿਆ। ਜੋਬਨ ਧਨ ਪ੍ਰਭਤਾ ਕੈ ਮਧ ਮੈਂ। ਵੇਖੋ, ਦੁਨਿਆਵੀ ਰਿਸ਼ਤਿਆਂ ਨੂੰ ਗੁਰੂ ਸਾਹਿਬ ਨੇ ਨਿੰਦਿਆ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਦੇ ਆਪਣੇ ਰਿਸ਼ਤੇ ਵੀ ਸਨ। ਪਰ ਜਿੱਥੇ ਕਿਤੇ ਜਾ ਕੇ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਵੀ ਇਹ ਰਿਸ਼ਤੇ ਕਿਤੇ ਨਾ ਕਿਤੇ ਜਾ ਕੇ ਮਾਇਆ ਦਾ ਰੂਪ ਵੀ ਧਾਰਨ ਕਰ ਲੈਂਦੇ ਆ, ਉੱਥੇ ਉਸ ਸਰੂਪ ਨੂੰ ਗੁਰੂ ਸਾਹਿਬ ਨੇ ਪ੍ਰਗਟ ਕੀਤਾ ਹੈ। ਜਿਵੇਂ ਧੀਰਮਲ ਨੇ ਪੈਸਿਆਂ ਖਾਤਰ ਗੁਰੂ ਸਾਹਿਬ ਤੇ ਗੋਲੀ ਚਲਾ ਦਿੱਤੀ ਸੀ, ਗੁਰੂ ਤੇਗ ਬਹਾਦਰ ਜੀ ਤੇ, ਇੱਦਾਂ ਹੀ ਰਾਮ ਰਾਏ ਜੋ ਸੀ ਉਹ ਗੁਰੂ ਸਾਹਿਬ ਦਾ ਵਿਰੋਧੀ ਬਣ ਗਿਆ ਸੀ। ਇਸੇ ਤਰ੍ਹਾਂ ਪ੍ਰੀਥੀ ਚੰਦ ਉਹ ਗੁਰੂ ਸਾਹਿਬ ਦਾ ਵਿਰੋਧੀ ਬਣ ਗਿਆ ਸੀ। ਸੋ ਇਹ ਚੀਜ਼ਾਂ ਸ਼ੁਰੂ ਤੋਂ ਹੀ ਗੁਰੂ ਸਾਹਿਬ ਵੇਖਦੇ ਆਏ ਸਨ, ਗੁਰੂ ਸਾਹਿਬ ਮਹਿਸੂਸ ਕਰਦੇ ਆਏ ਸਨ। ਇਸ ਲਈ ਪਰਿਵਾਰਕ ਰਿਸ਼ਤਿਆਂ ਦੀ ਗੱਲ ਵੀ ਗੁਰੂ ਸਾਹਿਬ ਨੇ ਕਰ ਦਿੱਤੀ ਵੀ ਕਿਸੇ ਨਾ ਕਿਸੇ ਥਾਂ ਤੇ ਇਹ ਰਿਸ਼ਤੇ ਵੀ ਕੇਵਲ ਤੇ ਕੇਵਲ ਮਾਇਆ ਦੀਆਂ ਗਰਜ਼ਾਂ ਪੂਰੀਆਂ ਕਰਨ ਖਾਤਰ ਤੱਕ ਹੀ ਸੀਮਿਤ ਹੋ ਜਾਂਦੇ ਆ। ਜਿੱਥੇ ਜਾ ਕੇ ਇਹ ਕੇਵਲ ਮਾਇਆ ਦੀਆਂ ਗਰਜ਼ਾਂ ਪੂਰੀਆਂ ਕਰਨ ਤੱਕ ਸੀਮਿਤ ਹੋ ਗਏ, ਉੱਥੇ ਜਾ ਕੇ ਇਹ ਰਿਸ਼ਤੇ ਵੀ ਮਾਇਆ ਦੇ ਬੰਧਨ ਹੀ ਬਣ ਗਏ। ਅਦਰਵਾਈਜ਼ ਇਹ ਰਿਸ਼ਤੇ ਨੇ, ਇਹ ਪੜਾਅ ਨੇ, ਇਹ ਰੱਬ ਨੂੰ ਮਿਲਣ ਦਾ ਸਾਧਨ ਸਾਡੇ ਲਈ ਬਣ ਸਕਦੇ ਨੇ। ਇਹਨਾਂ ਦੇ ਵਿੱਚੋਂ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਇਹਨਾਂ ਦੀ ਰਾਹੀਂ ਅਸੀਂ ਕਰ ਸਕਦੇ ਹਾਂ। ਦੱਸਦੇ ਹਨ, ਅਹਨਿਸ ਰਹਿ ਦੀਵਾਨਾ, ਜੋਬਨ ਧਨ ਪ੍ਰਭਤਾ ਕੈ ਮਦ ਮੈਂ। ਅਹਨਿਸ ਰਹਿ ਦੀਵਾਨਾ, ਜੋਬਨ ਜਵਾਨੀ, ਧਨ ਪੈਸਾ, ਪ੍ਰਭਤਾ ਕੈ ਮਦ ਮੈਂ। ਪ੍ਰਭਤਾ ਦੇ ਮਦ ਦੇ ਵਿੱਚ, ਨਸ਼ੇ ਦੇ ਵਿੱਚ, ਜੋਬਨ, ਜਵਾਨੀ ਤੇ ਪ੍ਰਭਤਾ, ਇਹਨਾਂ ਤਿੰਨਾਂ ਦੇ ਨਸ਼ੇ ਦੇ ਵਿੱਚ ਕਈ ਵਾਰੀ ਮਨੁੱਖ ਦਿਨੇ ਅਤੇ ਰਾਤ ਕਮਲਾ ਝੱਲਾ ਹੀ ਹੋਇਆ ਰਹਿੰਦਾ ਆ। ਜਵਾਨੀ ਦਾ ਨਸ਼ਾ ਇਹਨੂੰ ਐਸਾ ਚੜ੍ਹਦਾ ਆ, ਜਵਾਨੀ ਦੇ ਨਸ਼ੇ ਵਿੱਚ, ਜੋਬਨ ਦੇ ਨਸ਼ੇ ਦੇ ਵਿੱਚ ਮਨੁੱਖ ਨੂੰ ਮਨੁੱਖ ਨਹੀਂ ਸਮਝਦਾ। ਕਈ ਪ੍ਰਕਾਰ ਦੇ ਗਲਤ ਕਦਮ ਚੁੱਕ ਜਾਂਦਾ ਹੈ, ਕਈ ਪ੍ਰਕਾਰ ਦੇ ਗਲਤ ਕਾਰਜਾਂ ਨੂੰ ਅੰਜਾਮ ਦੇ ਜਾਂਦਾ ਹੈ, ਕਈ ਪ੍ਰਕਾਰ ਦੇ ਉਹ ਕੰਮ ਜਿਹੜੇ ਇਹਨੂੰ ਸ਼ੋਭਾ ਨਹੀਂ ਦਿੰਦੇ ਹੁੰਦੇ ਉਹ ਵੀ ਕਰ ਜਾਂਦਾ ਹੈ। ਪੈਸੇ ਲਈ ਵੀ, ਪ੍ਰਭਤਾ ਲਈ ਵੀ। ਪ੍ਰਭਤਾ ਕਹੀਏ ਸੰਸਾਰ 'ਚ ਮਾਣ ਵਡਿਆਈ, ਉਹਦੇ ਵਾਸਤੇ ਪ੍ਰਭਤਾ ਦੇ ਲਈ, ਪੈਸੇ ਦੇ ਲਈ, ਜੋਬਨ ਦੇ ਨਸ਼ੇ ਦੇ ਵਿੱਚ ਕਈ ਇਹੋ ਜਿਹੇ ਕਾਰਜ ਕਰ ਜਾਂਦਾ ਆ ਜਿਹੜੇ ਇਹਦੇ ਲਈ ਬਿਲਕੁਲ ਸ਼ੋਭਨੀਕ ਨਹੀਂ ਹੁੰਦੇ। ਸੁਣਦੇ ਹੀ ਹੋ ਤੁਸੀਂ ਆਲੇ ਦੁਆਲੇ, ਜਵਾਨੀ ਦੇ ਨਸ਼ੇ 'ਚ ਕਿੰਨਿਆਂ ਨੇ ਕਿੰਨੇ ਮਾੜੇ ਕੰਮ ਕੀਤੇ ਹੋਣੇ ਆ, ਚੇਤੇ ਆਉਂਦੇ ਹੋਣੇ ਆ ਕਈਆਂ ਨੂੰ, ਹੈ ਨਾ। ਇੱਦਾਂ ਹੀ ਪੈਸਾ ਕਮਾਉਣ ਲਈ ਕਿੰਨਿਆਂ ਨੇ ਲੋਕਾਂ ਦੇ ਹੱਕ ਮਾਰੇ ਹੋਣੇ ਆ, ਝੂਠ ਬੋਲਿਆ ਹੋਣਾ, ਦਿਨੇ ਰਾਤ ਦੌੜ ਭੱਜ ਕਰਕੇ ਹੜਪਿਆ ਹੋਣਾ ਪੈਸਾ। ਅਹਨਿਸ ਰਹਿ ਦੀਵਾਨਾ, ਦੀਨ ਦਇਆਲ ਸਦਾ ਦੁੱਖ ਭੰਜਨ। ਦੀਨਾਂ ਉੱਪਰ ਦਇਆ ਕਰਨ ਵਾਲਾ, ਦੁੱਖਾਂ ਨੂੰ ਖਤਮ ਕਰਨ ਵਾਲਾ, ਤਾਸਿਓਂ ਮਨ ਨਾ ਲਗਾਨਾ, ਉਸ ਦੇ ਨਾਲ ਕਦੀ ਮਨ ਹੀ ਨਹੀਂ ਲਗਾਇਆ। ਮਨ ਦੀ ਉਹ ਅਵਸਥਾ, ਦੀਨ ਦਇਆਲ ਸਦਾ ਦੁੱਖ ਭੰਜਨ, ਜਿਸ ਅਵਸਥਾ ਵਿੱਚ ਟਿਕ ਕੇ, ਜਿਹਨੂੰ ਸ਼ੁੱਧ ਸਰੂਪ ਆਖਿਆ ਜਾਂਦਾ ਹੈ, ਜੋ ਪਰਮਾਤਮਾ ਦਾ ਰੂਪ ਆਖਿਆ ਜਾਂਦਾ ਹੈ, ਜਿਹਨੂੰ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਆਖਿਆ ਹੈ ਗੁਰੂ ਸਾਹਿਬ ਨੇ। ਮਨ ਦੀ ਉਹ ਅਵਸਥਾ ਜਿਸ ਅਵਸਥਾ 'ਚ ਟਿਕ ਕੇ ਇਸਨੇ ਦਇਆਲੂ ਹੋਣਾ ਸੀ, ਇਸਨੇ ਦੁੱਖਾਂ ਨੂੰ ਖਤਮ ਕਰ ਲੈਣਾ ਸੀ, ਉਸ ਅਵਸਥਾ ਦੇ ਨਾਲ ਕਦੀ ਆਪਣਾ ਮਨ ਲਗਾਇਆ ਹੀ ਨਹੀਂ। ਜਨ ਨਾਨਕ ਕੋਟਨ ਮੈਂ ਕਿਨਹੂ। ਇੱਥੋਂ ਗੁਰੂ ਪਾਤਸ਼ਾਹ ਕਹਿਣ ਲੱਗੇ, ਕਰੋੜਾਂ ਵਿੱਚੋਂ ਕਿਨਹੂ, ਕਿਸੇ ਵਿਰਲੇ ਨੇ ਗੁਰਮੁਖ ਹੋਏ ਪਛਾਨਾ। ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੇ ਕੋਲ ਬੈਠ ਕੇ, ਗੁਰੂ ਦੇ ਸਾਹਮਣੇ ਆ ਕੇ ਕਿਸੇ ਵਿਰਲੇ ਨੇ ਪਛਾਣਿਆ ਹੈ ਮਨ ਦੀ ਉਸ ਸਿਖਰਲੀ ਅਵਸਥਾ ਨੂੰ, ਜਿਸ ਵਿੱਚ ਟਿਕਿਆ ਮਨ ਸ਼ੁੱਧ ਸਰੂਪ ਹੋ ਜਾਂਦਾ ਹੈ। ਮਨ ਵਿੱਚੋਂ ਔਗਣ ਅਗਿਆਨਤਾ ਨਿਕਲ ਜਾਂਦੇ ਹੈ, ਮਨ ਵਿੱਚੋਂ ਵਿਸ਼ੇ ਵਿਕਾਰ ਨਿਕਲ ਜਾਂਦੇ, ਅਤੇ ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹੇ। ਫਿਰ ਇਹ ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਈ।
ਪਹਿਲਾਂ ਵੀ ਆਪਾਂ ਇਹ ਗੱਲਾਂ ਕਰਦੇ ਆ ਰਹੇ ਹਾਂ। ਫਿਰ ਇਹ ਮਨ ਹੀ ਜੋਤ ਸਰੂਪ ਹੋ ਜਾਂਦਾ ਹੈ, ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਸੋ ਗੁਰਮੁਖ ਹੋਏ ਪਛਾਨਾ, ਗੁਰੂ ਦੀ ਸ਼ਰਨ ਵਿੱਚ ਪੈ ਕੇ ਕਹੀਏ, ਗੁਰੂ ਬਾਣੀ ਨੂੰ ਸਮਝ ਕੇ, ਗੁਰੂ ਬਾਣੀ ਨੂੰ ਪੜ੍ਹ ਕੇ, ਕਿਸੇ ਵਿਰਲੇ ਨੇ ਗੁਰੂ ਦੀ ਸੰਗਤ ਕਰਕੇ ਭਾਈ ਇਸ ਗੱਲ ਨੂੰ ਪਛਾਣਿਆ ਹੈ, ਜਾਣਿਆ ਹੈ, ਸਮਝਿਆ ਹੈ। ਕਹਿਣ ਤੋਂ ਭਾਵ ਆਪਾਂ ਦੋ ਸ਼ਬਦ ਸਾਂਝੇ ਕੀਤੇ ਆ, ਦੋਵਾਂ ਦਾ ਜੋ ਇੱਕ ਸਾਂਝਾ ਨੁਕਤਾ ਸਾਨੂੰ ਸਾਹਮਣੇ ਪ੍ਰਾਪਤ ਹੁੰਦਾ ਉਹ ਇਹ ਆ ਵੀ ਪਰਮੇਸ਼ਰ ਦੀ ਪ੍ਰਾਪਤੀ ਲਈ ਬਾਹਰ ਦੌੜ ਭੱਜ ਨਾ ਕਰੋ। ਮਨ ਹੀ ਰੱਬ ਦਾ ਰੂਪ ਹੈ। ਮਨ ਨੂੰ ਸ਼ੁੱਧ ਬਣਾਓ, ਔਗਣ ਅਗਿਆਨਤਾ ਕੱਢੋ। ਦੁਨਿਆਵੀ ਰਿਸ਼ਤੇ ਨੇ ਰੱਬ ਦੇ ਮਿਲਾਪ ਦੇ ਵਿੱਚ ਸਹਾਈ ਨੇ। ਇਹਨਾਂ ਦੇ ਵਿੱਚੋਂ ਅਸੀਂ ਪਰਮੇਸ਼ਰ ਦੀ ਜੋਤ ਨੂੰ ਅਨੁਭਵ ਕਰਨਾ ਆ, ਮਹਿਸੂਸ ਕਰਨਾ ਆ। ਇਹਨਾਂ ਰਿਸ਼ਤਿਆਂ ਨੂੰ ਅਸੀਂ ਮਾਇਆ ਦੀਆਂ ਗਰਜ਼ਾਂ ਪੂਰੀਆਂ ਕਰਨ ਤੱਕ ਸੀਮਤ ਨਹੀਂ ਕਰਨਾ ਆ, ਜਾਂ ਇਹਨਾਂ ਰਿਸ਼ਤਿਆਂ ਦਾ ਦੁਰਉਪਯੋਗ ਕਰਕੇ ਅਸੀਂ ਜਾਂ ਆਪਣਾ ਜੋਬਨ ਜਾਂ ਆਪਣੇ ਪੈਸਾ ਕਮਾਉਣ ਹੋ ਗਿਆ ਜਾਂ ਆਪਣੀ ਪ੍ਰਭਤਾ ਨੂੰ ਲੈ ਕੇ ਹੀ ਅਸੀਂ ਸੰਸਾਰ ਵਿੱਚ ਨਹੀਂ ਵਿਚਰਨਾ ਭਾਈ। ਜੇਕਰ ਦੌਲਤ ਹੈ, ਜੇਕਰ ਜੋਬਨ ਹੈ, ਜੇਕਰ ਪ੍ਰਭਤਾ ਹੈ, ਤਾਂ ਇਹਦੇ ਰਾਹੀਂ ਅਸੀਂ ਸਮਾਜ ਸੇਵਾ ਦੇ ਵਿੱਚ ਵਿਚਰ ਕੇ ਇਹਨਾਂ ਨੂੰ ਸਾਕਾਰਥ ਵੀ ਕਰ ਸਕਦੇ ਹਾਂ। ਕੁੱਲ ਮਿਲਾ ਕੇ ਸਾਂਝਾ ਭਾਵ ਆਪਾਂ ਨੂੰ ਇਹ ਪ੍ਰਾਪਤ ਹੁੰਦਾ ਹੈ। ਸੋ ਜੁੜੇ ਰਹੋ ਇਸੇ ਤਰ੍ਹਾਂ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਦੇ ਉੱਪਰ। ਤੇ ਇਸ ਹਿੱਸੇ ਵਿੱਚ ਇੰਨਾ ਹੀ। ਅਗਲੇ ਹਿੱਸੇ ਵਿੱਚ ਆਪਾਂ 29 ਨੰਬਰ ਸ਼ਬਦ ਰਾਗ ਧਨਾਸਰੀ ਵਿੱਚੋਂ ਗੁਰੂ ਤੇਗ ਬਹਾਦਰ ਜੀ ਦਾ ਤੀਜਾ ਸ਼ਬਦ, ਉਸ ਦੀ ਵਿਚਾਰ ਸਾਂਝੀ ਕਰਦੇ ਹਾਂ। ਤਦ ਤੱਕ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ